भाजपा आगू सुनील जाखड़ ने भी अपने इलाके के लोगों नाल मिलकर लोहड़ी मनाई ते सारिਆਂ ਨੂੰ ਤਿਉਹਾਰ ਦੀਆਂ शुभकामनावां ਦਿੱਤੀਆਂ। अब बहुत ही बढ़िया फटाफट ਹੁਣ ਕਰਾਂਗੇ ਅਗਲੀ ਖਬਰ ਦਾ, ਜੋ ਕਿ ਸਿੱਖ ਫੌਜੀਆਂ ਨਾਲ ਜੁੜੀ ਹੋਈ ਹੈ। ਸਿੱਖ ਫੌਜੀਆਂ ਲਈ ਹੈਲਮਟ ਦੀ ਤਜਵੀਜ਼ ਤੇ ਵਿਵਾਦ ਬਰਕਰਾਰ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਇਸ ਬਾਬਤ ਦਖਲ ਦੇਣ ਦੀ ਅਪੀਲ ਕੀਤੀ ਹੈ। ਪੀਐਮ ਨੂੰ ਹੈਲਮਟ ਮਸਲੇ ਤੇ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ। ਦੱਸ ਦਈਏ ਉਹਨਾਂ ਨੇ ਕਿਹਾ ਕਿ ਸਿੱਖ ਫੌਜੀਆਂ ਲਈ ਹੈਲਮਟ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਇਹ ਕਠੋਰ ਤੇ ਅਸੰਵੇਦਨਸ਼ੀਲ ਫੈਸਲਾ ਹੈ। ਸਿੱਖ ਮਰਿਆਦਾ ਤੇ ਸਿਧਾਂਤਾਂ ਦੇ ਉਲਟ ਹੈ ਆ ਫੈਸਲਾ। ਤੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕੇਂਦਰ ਦੇ ਵੱਲੋਂ ਸਿੱਖ ਫੌਜੀਆਂ ਲਈ ਬੈਲਿਸਟਿਕ ਹੈਲਮਟਸ ਦੀ ਤਜਵੀਜ਼ ਰੱਖੀ ਗਈ ਸੀ, ਜਿਸ ਦਾ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਐਸਜੀਪੀਸੀ ਦੇ ਵੱਲੋਂ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਆ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ। ਉੱਥੇ ਹੀ ਵੱਖ-ਵੱਖ ਪਾਰਟੀਆਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਤੇ ਦੱਸ ਦਈਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀਗਾ। ਮੁੜ ਫੈਸਲਾ ਵਿਚਾਰਨ ਦੀ ਅਪੀਲ ਕੀਤੀ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ। ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਪੀਐਮ ਮੋਦੀ ਦੇ ਇਸ ਪੂਰੇ ਫੈਸਲੇ ਤੇ ਉਹਨਾਂ ਨੇ ਕਿਹਾ ਕਿ ਦਖਲ ਦੇਣ ਇਸ ਫੈਸਲੇ ਤੇ ਪੀਐਮ ਮੋਦੀ ਨੂੰ ਕਿਹਾ ਹੈ ਕਿ ਹੈਲਮਟ ਮਸਲੇ ਤੇ ਉਹਨਾਂ ਦੇ ਵੱਲੋਂ ਚਿੱਠੀ ਵੀ ਲਿਖੀ ਗਈ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਕਠੋਰ ਤੇ ਅਸੰਵੇਦਨਸ਼ੀਲ ਫੈਸਲਾ ਹੈ ਤੇ ਸਿੱਖ ਮਰਿਆਦਾ ਤੇ ਸਿਧਾਂਤਾਂ ਦੇ ਆ ਉਲਟ ਹੈ। ਤੇ ਪੀਐਮ ਮੋਦੀ ਨੂੰ ਉਹਨਾਂ ਨੇ ਚਿੱਠੀ ਲਿਖੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਬਾਬਤ ਦਖਲ ਦੇਣ। ਸਿੱਖ ਫੌਜੀਆਂ ਲਈ ਹੈਲਮਟ ਵਾਲੇ ਕੇਂਦਰ ਦੇ ਫੈਸਲੇ ਦਾ ਪੰਜਾਬ ਕਾਂਗਰਸ ਨੇ ਵੀ ਵਿਰੋਧ ਕੀਤਾ ਹੈ। हेलमेट पहनो, ये हमारा हेलमेट नहीं है। ये हमारे गुरु ने हमारी सुरक्षा के लिए अपनी जब सेना तैयार करी तो उन्होंने कहा कि ये भी पहनना बहुत जरूरी है। इससे ना केवल ये सरदारों का चिन्ह है, इसके साथ साथ ये हमारी सुरक्षा भी करता है, पगड़ी करती है। तो मेरे को लगता है कि इस प्रकार का ये कहना, हाँ ठीक है आप पहनाइए जिसको हेलमेट पहनाना, लेकिन सरदारों के लिए जो पगड़ीधारी हैं, जो सिख हैं, अगर वो पगड़ी बांध रहा है तो उसके लिए ऑप्शनल होना, उसके लिए बिल्कुल ये नहीं होना चाहिए कि वो हेलमेट पहनेगा। वो अपनी सरदार अपनी पहली गल तो जथेदार साहब के लिखण तो पहला गवर्नमेंट ऑफ इंडिया नूं जिहड़ियां फॉरेन कंट्रीज़ ने, अमेरिका, इंग्लैंड ਜਾਂ ਕੈਨੇਡਾ ਦੀ ਜਿਹੜੀ ਆਰਮੀ ਆ ਉਹਦੇ ਵਿੱਚ ਵੀ ਹੈਲਮਟ ਜਿਹੜਾ ਉਹ ਕੰਪਲਸਰੀ ਨਹੀਂ ਕੀਤਾ ਗਿਆ। ਤੇ ਇਹ ਹਿੰਦੁਸਤਾਨ ਦੇ ਵਿੱਚ ਇਸੇ ਕਰਕੇ ਜਿਹੜੀ ਯਾਤਰਾ ਸੀ ਕੱਢੀ ਆ ਕਿ ਭਾਰਤ ਜੋੜੋ ਯਾਤਰਾ, ਇਹ ਚੀਜ਼ਾਂ ਜਿਹੜੀਆਂ ਨਹੀਂ ਉੱਠਣੀਆਂ ਚਾਹੀਦੀਆਂ। ਕੋਈ ਵੀ ਫਿਰਕਾ ਜੇ ਅੱਜ ਤੱਕ 62 ਦੀ ਵਾਰ ਅਸੀਂ ਲੜੀ, 65 ਦੀ ਲੜੀ, 71 ਦੀ ਲੜੀ, ਕਾਰਗਿਲ ਦੀ ਲੜੀ, ਕਿਤੇ ਹੈਲਮਟ ਦੀ ਕੋਈ ਗੱਲ ਨਹੀਂ ਆਈ। ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਉੱਠਣ ਲੱਗਦੀਆਂ ਨੇ, ਇਹਦਾ ਸਟਰੋਂਗਲੀ ਮੈਂ ਕੰਡੈਮ ਕਰਦਾ। ਔਰ ਕਦੀ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਸਿੱਖ ਆਪਣੀ ਪੱਗ ਉਤਾਰ ਕੇ ਉਹਦੇ ਤੇ ਹੈਲਮਟ ਰੱਖੇਗਾ, ਕਦੀ ਵੀ ਬਰਦਾਸ਼ਤ ਨਹੀਂ ਹੋ ਸਕਦਾ। ਤੇ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਇਮੀਡੀਏਟਲੀ ਆਪਣੇ ਇਸ ਡਿਸੀਜਨ ਨੂੰ ਵਿਡਰਾ ਕਰਨਾ ਚਾਹੀਦਾ ਔਰ ਪ੍ਰਾਈਮ ਮਿਨਿਸਟਰ ਨੂੰ ਮਾਫੀ ਵੀ ਮੰਗਣੀ। ਹੁਣ ਰੁਕ ਕਰਾਂਗੇ ਇੱਕ ਅਜਿਹੀ ਖਬਰ ਦਾ ਜੋ ਸਿੱਧੀ ਆਮ ਜਨਤਾ ਨਾਲ ਜੁੜੀ ਹੋਈ ਹੈ। ਜੇ ਤੁਹਾਨੂੰ ਬਿਜਲੀ ਸੰਬੰਧੀ ਕੋਈ ਸ਼ਿਕਾਇਤ ਆ ਰਹੀ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਲਈ ਬਿਜਲੀ ਮੰਤਰੀ ਨੇ ਇੱਕ WhatsApp ਨੰਬਰ ਜਾਰੀ ਕੀਤਾ ਹੈ ਜਿਸ ਤੇ ਤੁਸੀਂ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ ਤੇ ਤੁਹਾਡੀ ਮੁਸ਼ਕਿਲ ਦਾ ਤੁਰੰਤ ਹੱਲ ਵੀ ਹੋਵੇਗਾ। ਜੇਕਰ ਤੁਹਾਡੇ ਘਰ ਬਿਜਲੀ ਨਹੀਂ ਆ ਰਹੀ
ਲੰਬਾ ਕੱਟ ਲੱਗਿਆ ਹੋਇਆ ਹੈ ਤੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਬਿਜਲੀ ਕਦੋਂ ਆਵੇਗੀ, ਸਮੱਸਿਆ ਦਾ ਹੱਲ ਕਦੋਂ ਹੋਵੇਗਾ, ਤਾਂ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੇਗਾ ਕਿਉਂਕਿ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਦਾ ਹੱਲ ਕੱਢ ਲਿਆ, ਜਿਸ ਨਾਲ ਤੁਸੀਂ ਘਰ ਬੈਠੇ ਬਿਜਲੀ ਸੰਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕੋਗੇ। ਜਿਸ ਨੂੰ ਮੁੱਖ ਰੱਖਦੇ ਹੋਏ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਹੱਲ ਦੇ ਲਈ WhatsApp ਨੰਬਰ ਜਾਰੀ ਕੀਤਾ ਗਿਆ ਹੈ। ਖੁਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਹ ਨੰਬਰ ਜਾਰੀ ਕੀਤਾ ਹੈ। ਉਪਭੋਗਤਾ ਹੁਣ 9641 01912 ਨੰਬਰ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਤੇ ਤੁਰੰਤ ਹੱਲ ਵੀ ਹੋਵੇਗਾ। ਸ਼ਿਕਾਇਤ ਕਰਨ ਦੇ ਲਈ ਤੁਸੀਂ ਲਿਖਣਾ ਹੋਵੇਗਾ ਨੋ ਸਪਲਾਈ ਤੇ ਫਿਰ ਜਾਰੀ ਕੀਤੇ ਇਸ ਨੰਬਰ ਤੇ WhatsApp ਕਰਨਾ ਹੋਵੇਗਾ। ਤੇ ਜੇ ਖਪਤਕਾਰ ਦਾ ਮੋਬਾਈਲ ਨੰਬਰ PSPCL ਦੇ ਕੋਲ ਰਜਿਸਟਰਡ ਨਹੀਂ ਹੈ ਤਾਂ ਉਹਨਾਂ ਨੂੰ ਕਿਸੇ ਹੋਰ ਵਿਕਲਪ ਦੇ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਮੈਸੇਜ ਭੇਜਿਆ ਜਾਵੇਗਾ। ਜਿਸ ਨੰਬਰ ਤੋਂ ਇੱਕ ਵਾਰ ਸ਼ਿਕਾਇਤ ਦਰਜ ਹੋਵੇਗੀ ਤਾਂ ਉਪਭੋਗਤਾ ਆਪਣੇ ਆਪ ਸਿਸਟਮ ਦੇ ਨਾਲ ਰਜਿਸਟਰ ਹੋ ਜਾਵੇਗਾ। ਇੱਕ WhatsApp ਨੰਬਰ ਜਾਰੀ ਕੀਤਾ ਹੈ ਜਿਹਦੇ ਵਿੱਚ ਲੋਕ ਕੰਜ਼ਿਊਮਰ ਸਾਡੇ ਉਹ ਇੱਕ ਮੈਸੇਜ ਨੋ ਸਪਲਾਈ ਲਿਖ ਕੇ ਕਰ ਸਕਦੇ ਨੇ। ਨੋ ਸਪਲਾਈ ਕਿ ਸਾਡੇ ਘਰ ਦੀ ਸਪਲਾਈ ਜਿਹੜੀ ਆ ਉਹ ਬੰਦ ਆ। ਨੰਬਰ ਆ 9641601912। ਇਹਦੇ ਤੇ ਅਸੀਂ WhatsApp ਮੈਸੇਜ ਕਰ ਸਕਦੇ ਆ ਨੋ ਸਪਲਾਈ ਲਿਖ ਕੇ ਫੌਰਨ ਉਹ ਜਿਹੜਾ ਐਜ਼ ਏ ਕੰਪਲੇਂਟ ਤੁਹਾਡੇ ਨੰਬਰ ਤੋਂ ਜਿਹੜਾ ਆ ਉਹ PSPCL ਕੋਲ ਰਜਿਸਟਰ ਹੋ ਜਾਏਗਾ। ਸੋ ਬਿਜਲੀ ਮੰਤਰੀ ਵੱਲੋਂ ਜਾਰੀ ਕੀਤੇ ਨਵੇਂ ਨੰਬਰ ਦੇ ਨਾਲ ਆਮ ਜਨਤਾ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਆਮ ਲੋਕਾਂ ਦੀਆਂ ਬਿਜਲੀ ਸੰਬੰਧੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਤੇ ਨਵੇਂ ਨੰਬਰ ਦੇ ਨਾਲ ਜਿੱਥੇ ਸ਼ਿਕਾਇਤ ਦਰਜ ਕਰਵਾਉਣ ਦੇ ਵਿੱਚ ਆਸਾਨੀ ਹੋਵੇਗੀ ਉੱਥੇ ਸਮੱਸਿਆ ਦਾ ਵੀ ਤੁਰੰਤ ਹੱਲ ਹੋਵੇਗਾ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਰੁਕ ਕਰਾਂਗੇ ਅਗਲੀ ਖਬਰ ਦਾ। ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਮੋਹਾਲੀ ਦੇ ਇੰਡਸਟਰੀਅਲ ਏਰੀਆ 9 ਫੇਸ ਪਹੁੰਚੀ ਜਿੱਥੇ ਪਲਾਟ ਘੁਟਾਲੇ ਨੂੰ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਮੋਹਾਲੀ ਦੇ ਇੰਡਸਟਰੀਅਲ ਪਲਾਟ ਘੁਟਾਲੇ 'ਚ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ 'ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਸਣੇ 10 ਅਫਸਰਾਂ ਦੇ ਖਿਲਾਫ ਕੇਸ ਦਰਜ ਹੋਇਆ ਹੈ। ਸੁੰਦਰ ਸ਼ਾਮ ਅਰੋੜਾ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਦੀ ਟੀਮ ਹੁਣ ਉਹਨਾਂ ਨੂੰ ਲੈ ਕੇ ਮੋਹਾਲੀ ਦੇ ਇੰਡਸਟਰੀਅਲ ਏਰੀਆ 'ਚ ਪਹੁੰਚੀ ਜਿੱਥੇ ਉਦਯੋਗਿਕ ਸਾਈਟਾਂ ਤੇ ਹੋਟਲਾਂ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇੱਥੇ ਦਿਖਾਉਣ ਲਈ ਆਏ ਸੀ। ਇਹ ਸਾਨੂੰ ਇਹਨਾਂ ਦੀ ਪੁੱਛਗਿੱਛ ਹੋਈ ਸੀਗੀ। ਇਹ ਦੱਸ ਰਹੇ ਸੀਗੇ ਵੀ ਇੱਥੇ ਬਈ ਇੰਡਸਟਰੀ ਲੱਗ ਰਹੀ ਆ ਵੀ ਸਭ ਕੁਝ ਵੀ ਜੋ ਅਸੀਂ ਨੋਰਮ ਦੇ ਹਿਸਾਬ ਨਾਲ ਕੀਤਾ ਆ। ਹੁਣ ਇਹਨਾਂ ਨੂੰ ਦਿਖਾ ਲਿਆ ਵੀ ਆਹ ਦੇਖੋ ਆਹ ਹੋਟਲ ਬਣ ਰਿਹਾ ਇੱਥੇ, ਇਹ ਇੰਡਸਟਰੀਅਲ ਪਲਾਟ ਹੈ, ਇੱਥੇ ਹੋਟਲ ਬਣ ਰਿਹਾ ਤੇ ਕੋਈ ਚਾਰ ਦੀਵਾਰੀ ਨਹੀਂ ਹੈ, ਟੋਟਲ ਮਿਸਯੂਜ਼ ਹੋਇਆ ਸਰ। ਕੱਲ੍ਹ ਨੂੰ ਇੱਕ ਦਿਨ ਦਾ ਰਿਮਾਂਡ ਕਰੀ ਇਲਾਜ ਵੀ ਸਰ ਹੁਣ ਪੁੱਛਗਿੱਛ ਇਹਨਾਂ ਹੁਣ ਦਿਖਾਲ ਕੇ ਹੁਣ ਜਾ ਕੇ ਪੁੱਛਗਿੱਛ ਕਰਦੇ ਆ, ਜੇ ਲੋੜ ਪਈ ਤਾਂ ਹੋਰ ਲਵਾਂਗੇ। ਇੱਕ ਪਾਸੇ ਵਿਜੀਲੈਂਸ ਨੇ ਜਾਂਚ 'ਚ ਤੇਜ਼ੀ ਲਿਆਂਦੀ ਤਾਂ ਦੂਜੇ ਪਾਸੇ ਨਿਊਜ਼ 18 ਦੀ ਟੀਮ ਵੀ ਇੰਡਸਟਰੀਅਲ ਏਰੀਆ ਫੇਜ਼ 9 'ਚ ਗਰਾਊਂਡ ਜ਼ੀਰੋ ਤੇ ਪਹੁੰਚੀ ਅਤੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਇੰਡਸਟਰੀਅਲ ਜਿੱਥੇ ਅਲਾਟਮੈਂਟ ਕੀਤੀ ਹੋਈ ਹੈ, ਜਿੱਥੇ ਇੰਡਸਟਰੀ ਹੈ ਪੂਰੀ ਮੋਹਾਲੀ ਦੇ ਫੇਸ 9, ਉੱਥੇ ਵਿਜੀਲੈਂਸ ਜਿਹੜੀ ਹੈ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਆਈ ਸੀ। ਹਾਲਾਂਕਿ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਜਿਹੜੇ ਵਿਜੀਲੈਂਸ ਦੇ ਆਫੀਸਰ ਵੀ ਨਾਲ ਆਏ ਸੀਗੇ, ਪੂਰਾ ਮੁਆਇਨਾ ਕਰਾਉਣਾ ਸੀਗਾ ਕਿ ਇੰਡਸਟਰੀਅਲ ਪਲਾਟ ਦੇ ਇਲਾਵਾ ਇੱਥੇ ਹੋਰ ਕਿਸ ਤਰ੍ਹਾਂ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਕੀਤੀ ਜਾ ਰਹੀ ਹੈ। ਤਾਂ ਇੱਥੇ ਜਿਹੜੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਉਹ ਹੋਟਲਸ ਜਿਹੜੇ ਹੈਗੇ, ਹੋਟਲਸ ਦੀ ਸਾਈਟ ਜਿਹੜੀ ਹੈ ਉਹਨਾਂ ਦੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ। ਹਾਲਾਂਕਿ ਸਾਫ਼ ਤੌਰ ਤੇ ਸੁੰਦਰ ਸ਼ਾਮ ਅਰੋੜਾ ਇਹ ਵੀ ਕਹਿੰਦੇ ਨਜ਼ਰ ਆਏ ਸੀਗੇ ਨਿਊਜ਼ 18 ਦੇ ਨਾਲ ਗੱਲਬਾਤ ਕਰਕੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਸਾਰੀ ਚੀਜ਼ਾਂ ਜਿਹੜੀਆਂ ਕਾਨੂੰਨ ਮੁਤਾਬਿਕ ਹੋਈ ਹੈ, ਕਿਸੇ ਵੀ ਤਰ੍ਹਾਂ ਕੋਈ ਘੁਟਾਲਾ ਜਿਹੜਾ ਹੈ ਨਹੀਂ ਹੋਇਆ। ਲੇਕਿਨ ਵਿਜੀਲੈਂਸ ਹੁਣ ਜਦ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਕਈ ਚੀਜ਼ਾਂ ਦਾ ਖੁਲਾਸਾ ਹੁਣ ਹੋ ਰਿਹਾ ਹੈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਵੀ ਕੰਸਟਰਕਸ਼ਨ ਹੋ ਰਹੀ ਹੈ, ਹੋਟਲ ਸਾਈਟਸ ਦੀ ਕੰਸਟਰਕਸ਼ਨ ਹੋ ਰਹੀ ਹੈ, ਆਖਿਰ ਇਹਨਾਂ ਦੀ ਪਰਮਿਸ਼ਨ ਕਿਸ ਤਰ੍ਹਾਂ ਦਿੱਤੀ ਗਈ, ਕਿਉਂ ਦਿੱਤੀ ਗਈ, ਕਿਹਨੇ ਦਿੱਤੀ, ਇਹ ਸਾਰੀ ਚੀਜ਼ਾਂ ਦਾ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਜਿਹੜੀ ਹੈ, ਇੰਟਰੋਗੇਸ਼ਨ ਜਿਹੜੀ ਹੈ ਲਗਾਤਾਰ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੰਡਸਟਰੀਅਲ ਪਲਾਟ ਸਕੈਮ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਸਮੇਤ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ, ਜਿਹਦੇ ਵਿੱਚ ਜਿਹੜੇ ਉੱਥੇ ਦੇ ਅਫਸਰ ਸੀਗੇ ਔਰ ਨਾਲ ਦੇ ਨਾਲ ਜਿਹੜੀ ਗ੍ਰਿਫਤਾਰੀਆਂ ਹੋਈ ਸੀ, ਪੁੱਛਗਿੱਛ ਕਈ ਚੀਜ਼ਾਂ ਸਾਹਮਣੇ ਆਈ ਤੇ ਹੁਣ ਸੁੰਦਰ ਸ਼ਾਮ ਅਰੋੜਾ ਨੂੰ ਰੋਪੜ ਜੇਲ੍ਹ ਤੋਂ ਪੁੱਛਗਿੱਛ ਵਾਸਤੇ ਵੀ ਇੱਥੇ ਲਾਇਆ ਗਿਆ ਤੇ ਸਾਈਡ ਤੇ ਵੀ ਲੈ ਕੇ ਆਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਇੰਡਸਟਰੀਅਲ ਪਲਾਟਸ ਦੀ ਜ਼ਮੀਨ ਹੈ।
ਵਿਜੀਲੈਂਸ ਮੁਤਾਬਕ ਸੁੰਦਰ ਸ਼ਾਮ ਅਰੋੜਾ ਇੰਡਸਟਰੀਅਲ ਏਰੀਆ 'ਚ ਹਰ ਕੰਮ ਕਾਨੂੰਨ ਮੁਤਾਬਕ ਹੋਣ ਦੀ ਗੱਲ ਕਰਦੇ ਨੇ, ਪਰ ਸਵਾਲ ਇਹ ਹੈ ਕਿ ਹੋਟਲ ਇੱਥੇ ਕਿਸ ਦੀ ਇਜਾਜ਼ਤ ਨਾਲ ਬਣ ਰਹੇ ਨੇ। ਸੁੰਦਰ ਸ਼ਾਮ ਅਰੋੜਾ ਇਹ ਜ਼ਰੂਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਕੋਈ ਵੀ ਕਾਨੂੰਨ ਦੀ ਜਿਹੜੀ ਉਲੰਘਣਾ ਹੈ ਉਹ ਨਹੀਂ ਕੀਤੀ ਗਈ ਹੈ, ਪ੍ਰੋਟੋਕਾਲ ਦੇ ਹਿਸਾਬ ਨਾਲ ਕੰਮ ਹੋਇਆ। ਲੇਕਿਨ ਵਿਜੀਲੈਂਸ ਦੂਜੇ ਪਾਸੇ ਇਹਨਾਂ ਨੂੰ ਮੌਕੇ ਤੇ ਲਾ ਕੇ ਜਿਹੜਾ ਹੈ ਮੁਆਇਨਾ ਵੀ ਕਰ ਰਹੀ ਹੈ ਤੇ ਉਹਨਾਂ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਖਿਰ ਜਦ ਇਹ ਕਾਨੂੰਨ ਦੇ ਹਿਸਾਬ ਨਾਲ ਹੋਇਆ ਤੇ ਆਖਿਰ ਇਸ ਤਰ੍ਹਾਂ ਦੀ ਕੰਸਟਰਕਸ਼ਨ ਹੋਟਲਾਂ ਦੀ ਇੱਥੇ ਕਿਉਂ ਹੋ ਰਹੀ, ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ।